20 ਸਮੈਦ 190 ਬੋਰੀ ਹੁੰਦੀ ਨਿਕਲੀ ਹੈ ਤੇ ਉਹ ਤਾਂ 2 ਕਿੱਲਿਆਂ ਚ ਮਾਲੋ ਮਾਲ ਹੋ ਗਿਆ ਸੀ 60 ਦਿਨਾਂ ਚ 100 ਬੋਰੀ ਚਾ ਸਕਦੇ ਨੇ। ਵਾਹ, ਖਰਚਾ ਵੀ ਘੱਟ ਹੈ, ਐਵਰੇਜ ਵੀ ਜ਼ਿਆਦਾ ਹੈ, ਟਾਈਮ ਵੀ ਥੋੜਾ ਹੈ। ਨਵੇਂ ਤਰੀਕੇ ਨਾਲ ਆਲੂ ਗੇਰਦੇ ਪਏ, ਚੈੱਕ ਕਰ ਲਓ। ਇਹਦਾ ਸਾਈਜ਼ ਜਿਹੜਾ ਨਾ ਸਾਈਜ਼ ਬੜਾ ਹੀ ਮੋਟਾ ਹੋ ਜਾਂਦਾ ਹੈ। ਅੱਛਾ, अस्सलाम वालेकुम बेलियो दोस्तों, की हाल चाल है। तो अज तुहानू असीं ना नवा एक काम विखाईए। इस घर दे विच जनाब एक बड़ा अनोखा काम हो रहा है, तुहानू विखाने हैं। बई ए चेक करो। बई मैं पहले समझा भी ये कोई ना कोई सब्जी कट्टदे पे ने। हुण मैं कहा सब्जी कट्टण है तो एक अद्धी माई कट्टे आई, सारियां किवें लगियां बैठियां ने। हुण मैं हो सकदा इन्हां दी कोई शादी शुदी होवे। शादी तो मैं आखा उन्हां बई गोश्त खवावण आए, आलू तो नहीं खवा सकदे। ਹੁਣ ਵੇਖੀਏ ਤੁਹਾਨੂੰ ਵਿਖਾਈਏ ਵੀ ਇਹ ਕਰਦੇ ਕੀ ਪਏ ਹਨ। ਆ ਜੀ ਚੈੱਕ ਕਰੋ, ਇਹਨਾਂ ਆਲੂਆਂ ਦਾ ਬੀ ਕੱਟਿਆ। ਤੇ ਮੈਂ ਆਖਿਆ ਵੀ ਐਵੇਂ ਕਿਉਂ ਕੱਟੀਆਂ ਆਦੇ ਨੇ। ਉਹ ਆਂਦਾ ਜੀ ਇਹ ਕਰੇਟਾਂ ਦਾ ਬੀ ਅਸੀਂ ਲਿਆਂਦਾ ਹੈ ਤੇ ਕਰੇਟਾਂ ਦਾ ਬੀ ਕਟੀਜ ਤੇ ਹੀ ਅਗਲੀ ਵਾਰੀ ਲੱਗਦਾ ਹੈ। ਤੇ ਤੁਹਾਨੂੰ ਬੀ ਵਿਖਾਉਂਦੇ ਪਏ ਤੇ ਕੋਈ 1.5 ਕਿੱਲੇ ਦਾ 2 ਕਿੱਲਿਆਂ ਦਾ ਬੀ ਇਹਨਾਂ ਲਿਆਂਦਾ ਹੈ। ਆਂਦਾ ਜਨਾਬ ਵੈਰਾਈਟੀ ਇਹ ਅਸੀਂ ਬੜੀ ਨਵੀਂ ਲਿਆਂਦੀ ਹੈ ਤੇ ਇਹਦੀ ਬੜੀ ਖਾਸੀਅਤ ਹੈ। ਇਹ ਆਪਾਂ ਉਹਨਾਂ ਕੋਲ ਪੁੱਛਨੇ ਆ ਵੀ ਇਹ ਵੈਰਾਈਟੀ ਕਿਹੜੀ ਹੈ ਤੇ ਇਹਦੀ ਖਾਸੀਅਤ ਕੀ ਹੈ। हाँ जी, असी पहुँचे हैं जिथे जनाब वो करेटा का बी घेरते पे ने ते तुहानू विखाने है। तो तारीफ तो बई असी बड़ी सुनी है। तो हुण तुहानू थोड़ी जी कराई विखाई है। तो मुड़ो बंदे को ना सादे ते उहदे कोलों वैरायटी के बारे पूछिए तो सही भी जिहड़ियां तारीफां कीतियां ने भी ये शै की है ते इहदा नां की है। आ चेक करो जी, आ घेरते पे ने मगर उन्हां बंदे तो 4-5 बाए हुए ने। बंदे इस बार बाए हुए वहां दा जी जिहड़े खाने आंदे ना वो मतलब खाली ना कोई रवे, ਉਹਦੇ ਵਿੱਚ ਇੱਕ ਦਾਣਾ ਇਹ ਜ਼ਰੂਰ ਸੱਟਦੇ ਰਮਨ। ਇਹ ਚੈੱਕ ਕਰੋ। ਔਰ ਮਗਰ ਬੰਦੇ ਜਿਹੜੇ ਲੱਗੇ ਬੈਠੇ ਨੇ ਉਹ ਸਹੀ ਫਾਇਲ ਲੱਗੇ ਹੋਏ ਨੇ। ਆਹ ਚੈੱਕ ਕਰੋ ਜੀ, 4 ਬੰਦੇ ਇਹਨਾਂ ਨੇ ਸਹੀ ਫਾਇਲ ਲਾਇਆ ਹੋਏ ਨੇ, ਸਹੀ ਤਰਤੀਬ ਨਾਲ ਬੈਠੇ ਨੇ। ਹਲੋ, ਇਹ ਕੀ ਕਰਦੇ ਪਏ ਨੇ? ਨਵੇਂ ਤਰੀਕੇ ਨਾਲ ਆਲੂ ਗੇਰਦੇ ਪਏ, ਚੈੱਕ ਕਰ ਲਓ। ਆ ਵੇਖ ਲਓ ਜਿਹੜੇ ਉਹ ਕੌਰੀਆਂ ਦਿੰਦੇ ਨਾ ਵੀ ਕੋਈ ਕੌਲੀ ਖਾਲੀ ਨਾ ਜਾਵੇ, ਜਿਹਦੇ ਤੋਂ 2 ਆਵਣ ਉਹਦੇ ਤੇ ਇੱਕ ਕਰ ਦਿਓ, ਐਵੇਂ ਹੀ ਨਾ। चेक कर लो एक रखी आओ, एक 2 दाना रखी आवे, बड़ा कीमती भी है भाई। गफूर खां एक बार थल्ले आओ का सरकार के इत्थे बैठ दसना इन्हें तू भी महंगा बी लै आंदा तो हुण साडी गल ही नहीं सुनना है। हाँ जी, अस्सलाम वालेकुम जी, की हाल चाल है जनाब? ठीक हो? अच्छा भाई, ये बी दियां ते तू आ बड़ियां तारीफां कीतियां ने ते मेरे कोल तो नहीं कीतियां, नहीं तो पिंड ते भाई हाल होई खड़ी। भाई गफूर ने बी लियांदा है ते बड़ी वैरायटी है। ਇਹਦੇ ਬਾਰੇ ਕੋਈ ਥੋੜਾ ਜਿਹਾ ਸਾਨੂੰ ਦੱਸ ਖਾਂ ਵੀ ਇਹ ਕੀ ਸ਼ੈ ਹੈ। ਇਹ ਜੀ ਜਿਹੜਾ ਸੀਡ ਹੈ ਨਾ, ਪਿਛਲੇ ਸਾਲ ਮੈਂ ਤੇ ਵੇਖਿਆ ਸੀ, ਇਹ ਘਰ ਦਾ ਹੁੰਦਾ ਹੈਗਾ ਸੀ 2 ਕਿੱਲੇ। ਅੱਛਾ, ਠੀਕ ਹੈ। ਉਹ ਮੈਂ ਨਾ ਸ਼ੁਰੂ ਤੋਂ ਲੈ ਤੇ ਐਂਡ ਤੱਕ ਉਹਨੂੰ ਚੈੱਕ ਕਰਦਾ ਰਿਹਾ। ਅੱਛਾ, ਮੈਂ ਕਿਹਾ ਵੀ ਇਹ ਕੀ ਚੀਜ਼ ਹੈ। ਹਾਂ, ਇਹਦੀ ਸ਼ਕਲ ਮੁਜ਼ੀਕੇ ਰੰਗੀ ਹੈ ਜੀ। ਅੱਛਾ, ਸੇਮ ਮੁਜ਼ੀਕੇ ਰੰਗੀ। ਹਾਂ, ਤੇ ਇਹਦਾ ਸਾਈਜ਼ ਜਿਹੜਾ ਨਾ ਸਾਈਜ਼ ਬੜਾ ਹੀ ਮੋਟਾ ਹੋ ਜਾਂਦਾ ਹੈ। ਅੱਛਾ, ਬੜਾ ਹੀ ਮੋਟਾ ਸਾਈਜ਼ ਹੋ ਜਾਂਦਾ ਹੈ। ਤੇ ਫਿਰ ਇਹਦਾ ਇੱਕ ਹੋਰ ਹੈ, ਇਹਨੂੰ ਜਨਾਬ ਤੁਸੀਂ 60 ਦਿਨਾਂ ਚ 100 ਬੋਰੀ ਚਾ ਸਕਦੇ ਨੇ। ਵਾਹ, ਇਹ ਤਾਂ ਬਈ ਸ਼ਾਰਟ ਜਿਹਾ ਟਾਈਮ ਹੈ ਤੇ ਫਾਇਦਾ ਜ਼ਿਆਦਾ ਲੈ ਸਕਦੇ। 60 ਦਿਨਾਂ ਚ 100 ਬੋਰੀ ਨਿਕਲਦਾ ਹੈ। ਵਾਹ ਬਈ ਵਾਹ। ਤੇ ਫਿਰ ਇਹਦੀ ਯੂਰੀਆ ਜਿਹੜੀ ਹੈ ਨਾ 1.5 ਤੋਂ 2 ਬੋਰੀ ਯੂਰੀਆ ਲੱਗਦੀ ਹੈ। ਬਸ ਖਰਚਾ ਵੀ ਘੱਟ ਹੈ, ਐਵਰੇਜ ਵੀ ਜ਼ਿਆਦਾ ਹੈ, ਟਾਈਮ ਵੀ ਥੋੜਾ ਹੈ। ਫਿਰ ਜਿਸ ਉਹ ਭਤੀਜੇ ਨੇ ਮੈਂ ਜਾ ਕੇ ਵੇਖੇ ਨੇ, ਉਹਨਾਂ ਜਨਾਬ ਧੜ ਲਾਈ ਹੈ ਤੇ ਉਹ ਪਠਾਨ ਆ ਗਿਆ, ਉਹਨਾਂ ਕਹਾ ਮੈਂ ਆਲੂ ਇਹੀ ਲੈਣੇ ਨੇ। ਅੱਛਾ, ਉਹਨੇ ਆਖ ਵੀ ਯਾਰ ਇਹ ਸਾਡਾ ਬੀ ਹੈ, ਅਸੀਂ ਇਹ ਨਹੀਂ ਦਿੰਦੇ। ਉਹਨਾਂ ਕਹਾ ਅਸੀਂ ਲੈਣਾ ਹੀ ਆ ਹੈ। ਹਾਂ, ਵੀ ਰੇਟ ਮੰਗੋ ਜੋ ਮਰਜ਼ੀ ਲਾਓ। ਉਹਨਾਂ ਦਾ ਰੇਟ ਤੇਰੀ ਮਰਜ਼ੀ ਦਾ ਤੇ ਲੇਕਿਨ ਲੈਣੇ ਅਸੀਂ ਲਾਜ਼ਮੀ ਨੇ। ਅੱਛਾ, ਇਹ ਬੀ ਜਿਹੜਾ ਤੁਸੀਂ ਲਿਆ ਹੈ ਇਹ ਉਸ ਬੰਦੇ ਕੋਲੋਂ ਹੀ ਲਿਆ ਹੀ ਨਹੀਂ? ਨਹੀਂ। ਅੱਛਾ, ਇਹ ਮੈਂ ਡਾਇਰੈਕਟ ਫਿਰ ਨਾ ਹਾਲੈਂਡ ਤੋਂ ਮੰਗਵਾਇਆ ਜੀ। ਅੱਛਾ, ਇਹ ਕਰੇਟ ਹੀ ਘੇਰਦੇ ਪਏ। ਕਰੇਟ ਹੈ ਮਤਲਬ ਇਹ ਕਰੇਟਾਂ ਦਾ ਬੀ ਹੈ? ਉਹਨੂੰ ਤਾਂ ਮੈਂ ਪੁੱਛਿਆ ਤਾਂ ਉਹਨੇ ਤਾਂ ਰੇਟ ਹੀ ਬੜਾ ਸਮਾਨਾਂ ਦਾ ਦੱਸਿਆ। ਮੈਂ ਕਿਹਾ ਵੀ ਇਹ ਲੈ ਹੀ ਨਹੀਂ ਜਾਣੇ। ਤੇ ਹੁਣ ਤੁਸੀਂ ਸਾਨੂੰ ਦੱਸੋ ਕਿ ਵੀ ਇਹ ਜਿਹੜੇ ਕਰੇਟਾਂ ਦੇ ਬੀ ਲਿਆ ਇਹਨੇ ਇਹ ਤੁਹਾਨੂੰ ਕਿਵੇਂ ਡਿੱਜਾ ਹੈ? ਇਹ ਤੁਹਾਨੂੰ ਮੈਂ ਦੱਸਣਾ, ਪਹਿਲੇ ਤੁਸੀਂ ਇਹ ਚੈੱਕ ਕਰੋ ਵੀ ਇਹ ਕਿਰਦਾ ਕਿਵੇਂ ਪਿਆ ਹੈ। ਕਿਰਦਾ ਤਾਂ ਸਹੀ ਪਿਆ ਨਾ, ਮਤਲਬ ਅਸੀਂ ਜਦੀਦ ਮਸ਼ੀਨਰੀ ਨਾਲ ਘੇਰਦੇ ਪਏ ਕਿਉਂਕਿ ਸਾਡੇ ਕੋਲ ਸਿੰਗਲ ਰੇਜਰ ਨਹੀਂ ਸੀ ਵੀ ਹੱਥ ਨਾਲ ਘੇਰੀ, ਉਵੇਂ ਅਸੀਂ ਨਹੀਂ ਘੇਰਦੇ ਪਏ। ਅੱਛਾ, ਤੇ ਪਲਾਂਟਰ ਬਾਹਰ ਤੇ ਵੀ ਉਵੇਂ ਵੀ ਨਹੀਂ ਘੇਰਦੇ ਪਏ, ਹੱਥਾਂ ਨਾਲ ਘੇਰਦੇ ਪਏ। ਤੁਸੀਂ ਆ ਪਹਿਲੇ ਚੈੱਕ ਕਰੋ ਇਹਨੂੰ ਜੀ। ਸਾਨੂੰ ਦੱਸਿਆ ਵੀ ਅਗਰ ਇਹ 60 ਦਿਨਾਂ ਵਿੱਚ ਅਸੀਂ ਪਟਾਈ ਕਰਨੇ ਆ ਤਾਂ 100 ਬੋਰੀ ਨਿਕਲਦੀ ਹੈ। ਮਗਰ ਮਤਲਬ ਅਗਰ ਕੋਈ ਕੱਚੀ ਪਟਾਈ ਨਾ ਕਰੇ ਫਿਰ ਇਹਦੀ ਕਿੰਨੀ ਐਵਰੇਜ ਆਂਦੀ ਹੈ? ਅਗਰ ਕੋਈ ਕੱਚੀ ਪਟਾਈ ਨਾ ਕਰੇ ਤੇ ਫਿਰ ਇਹਦੀ ਜਿਹੜੀ ਐਵਰੇਜ ਹੈ ਨਾ, ਪਿਛਲੇ ਸਾਲ ਉਹ ਬੰਦੇ ਨੇ ਲਾਈ ਹੈ, ਉਹਦੀ ਮੈਂ ਫਿਰ ਆਪ ਵਜ਼ਨ ਕਰਾਇਆ 190 ਬੋਰੀ ਨਿਕਲੀ ਹੈ। ਮੈਂ 20 ਵਾਹ ਬਈ ਵਾਹ 20 ਸਮੈਦ 190 ਬੋਰੀ ਹੁੰਦੀ ਨਿਕਲੀ ਹੈ।
ਤੇ ਉਹ ਤਾਂ 2 ਕਿੱਲਿਆਂ 'ਚ ਮਾਲੋ ਮਾਲ ਹੋ ਗਿਆ ਸੀ। ਅੱਛਾ, ਤਾਰੀਫਾਂ ਤੇ ਬਈਆਂ ਦੀਆਂ ਤੂੰ ਬੜੀਆਂ ਕਰ ਲਈਆਂ ਵੀ 60 ਦੀਆਂ 100 ਬੋਰੀ ਨਿਕਲ ਜਾਂਦੀ ਹੈ ਤੇ 190 ਬੋਰੀ ਵੀ। ਤੇ ਹੁਣ ਸਾਨੂੰ ਦੱਸ ਕਾਂ ਵੀ ਇਹਦਾ ਰੇਟ ਕੀ ਹੈ ਕਰੇਟ ਦਾ? ਇਹਦਾ ਜਿਹੜਾ ਕਰੇਟ ਦਾ ਰੇਟ ਹੈ ਨਾ ਜੀ, ਇਹ 600 ਰੁਪਏ ਕਿਲੋ ਹੈ ਜੀ। 600 ਦਾ ਕਿਲੋ? 600 ਦਾ ਕਿਲੋ ਹੈ ਤੇ 50 ਕਿਲੋ ਦਾ ਕਰੇਟ ਹੁੰਦਾ ਹੈ। ਅਗਾ ਤੁਸੀਂ ਹਿਸਾਬ ਲਾ ਲਓ ਜੀ ਇਹ ਕੀ ਰੇਟ ਇਹ ਤਾਂ ਪੈਸੇ ਹੀ ਸਾਹਿਬ ਬਣ ਜਾਸਣ। ਹਾਂਜੀ ਤੇ 16 ਕਰੇਟ ਲੱਗਦੇ ਨੇ 1 ਕਿੱਲੇ 'ਚ। 16 ਕਰੇਟ? ਤੋ ਕਰੇਟ ਦਾ ਵਜ਼ਨ ਕਿੰਨੀ ਤੋੜੇ ਦਾ ਹੁੰਦਾ ਹੈ? 50 ਕਿਲੋ? 50 ਕਿਲੋ, ਸਹੀ। ਜੇ ਕੋਈ ਕਰੇਟ ਕਰਨਾ ਚਾਹੁੰਦਾ ਹੈ ਨਾ ਤੇ 4,80,000 ਦਾ ਇਹ ਕਰੇਟਾਂ ਦਾ ਬੀ ਆਂਦਾ ਹੈ। ਹਾਂਜੀ ਤੇ ਇਹ ਬੀ ਐਸਾ ਕਿਹੜਾ ਹੈ ਵੀ ਇਹਦਾ ਨਾਂ ਤਾਂ ਸਾਨੂੰ ਦੱਸ ਵੀ ਹੈ ਕੀ ਸ਼ੈ ਹੈ? ਇਹਦਾ ਜਿਹੜਾ ਨਾਂ ਹੈ ਨਾ, ਨਾਂ ਸੁਣ ਤੇ ਤੁਸੀਂ ਹੈਰਾਨ ਹੋ ਜਾਸੋ। ਇਹ ਜਨਾਬ ਇਹਦਾ ਨਾਂ ਹੈ ਅਲਮਾਂਡੋ। ਅੱਛਾ, ਅਲਮਾਂਡੋ ਸੀਡ ਹੈ ਤੇ ਜਨਾਬ ਸੇਮ ਮੁਜ਼ੀਕਾ ਰੰਗ ਹੈ। ਅੱਛਾ, ਇਹ ਅਲਮਾਂਡੋ ਇਹਦਾ ਨਾਂ ਹੈ ਜੀ? ਹਾਂਜੀ, ਇਹਦੀ ਪਛਾਣ ਨਹੀਂ ਹੋਣੀ ਮੁਜ਼ੀਕਾ ਹੈ ਕਿ ਅਲਮਾਂਡੋ ਹੈ। ਕਰੇਟਾਂ ਦਾ ਬੀਜ ਜਿਹੜਾ ਨਾ ਹਰ ਸਾਲ ਬੰਦਾ ਨਵਾਂ ਤਿਆਰ ਕਰੇ, ਕਰੇਟਾਂ ਦਾ ਮਤਲਬ ਆਵੇ ਤਾਂ ਪੁਰਾਣਾ ਬੀਜ ਸੇਲ ਕਰੇ, ਉਹਦਾ ਕੀ ਫਾਰਮੂਲਾ, ਕਿਵੇਂ ਬੰਦੇ ਨੂੰ ਕਰਨਾ ਚਾਹੀਦਾ ਹੈ? ਇਹ ਨਾ ਜਿਹੜੇ ਬੰਦੇ ਐਵਰੇਜ ਲੈਣਾ ਚਾਹੁੰਦੇ ਨੇ ਨਾ, ਹਾਂ, ਐਵਰੇਜ ਆਂਦੇ ਨਾ ਵੀ ਐਵਰੇਜ ਲੈਣੀ ਹੈ, ਹਾਂ, ਉਹ ਫਿਰ ਹਰ ਸਾਲ ਨਾ 4 ਕਨਾਲੀ ਕਿੱਲਾ ਕਰੇਟਾਂ ਦਾ ਲਾਓ। ਅੱਛਾ, 3 ਤੋਂ 4 ਸਾਲ ਉਹਨੂੰ ਚਲਾਓ ਹਾਂ, ਤੇ ਫਿਰ ਅੱਗੇ ਸੇਲ ਕਰ ਦਿਓ। ਸਹੀ। ਹੁਣ ਸਾਡੇ ਕੋਲ ਅੱਗੇ ਮੁਜ਼ੀਕਾ ਹੈਗਾ ਜੀ, ਉਹ ਚੌਥੇ ਸਾਲ ਦਾ। ਹਾਂ, ਹੁਣ ਉਹ ਚੌਥੇ ਸਾਲ ਲੱਗਾ ਖੜਾ, ਅਗਲਾ 5ਵਾਂ ਲੱਗ ਸੀ। ਅੱਛਾ, ਹੁਣ ਉਹਦੀ ਇਸ ਟਾਈਮ ਪੈਦਾਵਾਰ ਆ ਸੀ 110 ਜਾਂ 15 ਬੋਰੀਆਂ। ਬਸ ਠੀਕ ਹੋ ਗਿਆ। ਤੇ ਜਿਹੜਾ ਨਵਾਂ ਸੀਡ ਹੈ ਉਹਦੀ 160 ਬੋਰੀ 65 ਬੋਰੀ ਸਹੀ ਇਹਦੀ ਪੈਦਾਵਾਰ ਆ ਸੀ। ਮਤਲਬ 3-4 ਸਾਲ ਚਲਾਵਣਾ ਚਾਹੀਦਾ ਵੀ? 3-4 ਸਾਲ ਤੋਂ ਬਾਅਦ ਸੀਡ ਰੱਖਣਾ ਨਹੀਂ ਚਾਹੀਦਾ। ਸਹੀ। ਉਹਨੂੰ ਸੇਲ ਕਰੋ, ਸਰਮੂਦ ਸੇਲ ਕਰੋ ਜਾਂ ਜਿਵੇਂ ਵੀ ਕਰੋ, ਅਗਾ ਨਵਾਂ ਕਰੇਟਾਂ ਦਾ ਬੀਜ ਜਿਹੜਾ ਨਾ ਉਹ ਤੁਸੀਂ ਤਿਆਰ ਕਰੋ। ਇਹ ਤੁਸੀਂ ਕਿੰਨੇ ਕਿੱਲਿਆਂ ਦਾ ਇਹ ਕਰੇਟਾਂ ਦੇ ਬੀਜ ਲਾਉਂਦੇ ਪਏ ਨੇ? ਇਹ ਜੀ ਅਸੀਂ ਇਸ ਸਾਲ 2 ਕਿੱਲੇ ਜਿਹੜਾ ਨਾ ਕਰੇਟ ਲਾਉਂਦੇ ਪਏ ਜੀ। ਅੱਛਾ, ਤੇ ਇਹਦੇ ਤੋਂ ਅਗਾ 20 ਕਿੱਲਿਆਂ ਦਾ ਬੀਜ ਤਿਆਰ ਹੋ ਜਾ। ਮਤਲਬ ਇਹਨਾਂ 2 ਕਿੱਲਿਆਂ ਵਿੱਚ 20 ਕਿੱਲਿਆਂ ਦਾ ਤਿਆਰ ਹੋ ਜਾ? 20 ਕਿੱਲਿਆਂ ਦਾ ਤਿਆਰ ਹੋ ਜਾਸੀ। ਅੱਛਾ, ਤੇ ਕਿੱਲੇ ਤਾਂ ਸਾਨੂੰ ਵੀ ਦੱਸੋ ਕਿ ਨਹੀਂ? ਨਹੀਂ, ਇਸ ਸਾਲ ਤਾਂ ਨਹੀਂ ਦੇਣਾ, ਤੇ ਜਿਸਲੇ ਅਗਾ ਲਾਸ ਹੈ ਤੇ ਮੁੜ ਤੁਹਾਨੂੰ ਦੇ ਦੇ। ਨਹੀਂ ਯਾਰ, 1 ਕਿੱਲੇ ਤਾਂ ਅਗਲੀ ਵਾਰੀ ਦੇਣਾ ਹੀ। ਚਲੋ ਇਹ ਤਾਂ ਤੂੰ ਲਿਆ ਨਹੀਂ ਜਾਣਾ, ਮਹਿੰਗਾ ਹੀ ਇੰਨਾ ਹੋ ਜਾਣਾ ਵੀ ਤੂੰ ਆਣੇ ਵੀ ਇੰਨਾ ਮਹਿੰਗਾ ਦੀ। ਨਹੀਂ, ਕੋਈ ਮਿਹਰਬਾਨੀ ਮੈਂ ਤੇਰੇ ਕੋਲ ਕਰਵਾ ਲੈ ਸੈਨ। ਠੀਕ ਹੈ, ਹੋਰ ਕਿਸੇ ਨਾ ਦੇਵੇਂ ਪਰ ਸਾਨੂੰ ਤੇ 1 ਕਿੱਲੇ ਦਾ ਜ਼ਰੂਰ ਦੇਣਾ ਹੈ। ਤੁਸੀਂ ਦੱਸੋ ਖਾਂ ਵੀ 1 ਕਿੱਲੇ ਤੇ ਕਰੇਟਾਂ ਦਾ ਖਰਚਾ ਕਿੰਨਾ ਆ ਜਾਂਦਾ ਹੈ ਬੀ ਸਮੇਤ, ਜਿਹੜਾ ਬੀ ਲਿਆਂਦਾ ਇਹਨੇ? ਇਹ ਜੀ ਨਾ ਠੇਕਾ ਪਾ ਕੇ ਤੇ 1 ਕਿੱਲੇ ਤੇ 8 ਲੱਖ ਰੁਪਈਆ ਦਾ ਖਰਚਾ ਹੋ ਜਾਣਾ ਹੈ। 480 ਦਾ ਤਾਂ ਬੀ ਆ ਗਿਆ। 4,80,000 ਦਾ ਬੀ ਆ ਗਿਆ। 1,20,000 ਰੁਪਈਆ ਦੇ ਤੇ ਖਰਚਾ ਆ ਜਾਸੀ। ਅੱਛਾ, ਖਾਦ, ਸਪਰੇ, ਪਾਣੀ ਤੇ ਲੱਖ ਰੁਪਈਆ ਦਾ ਠੇਕਾ ਪੈ ਜਾਸੀ। ਤੇ ਫਿਰ ਉਸ ਤੋਂ ਬਾਅਦ ਜਿਹੜੇ ਤੋੜੇ ਬੋਰੀਆਂ ਲਿਆਸ ਹੈ ਇਹਨੂੰ ਰੱਖਣ ਵਾਸਤੇ ਸਟੋਰ ਦਾ ਕਿਰਾਇਆ, ਫਿਰ ਹੀ ਅੱਗੇ ਜਿਆਦਾ ਸ਼ਿਫਟ ਹੋਸੀ। ਮਤਲਬ ਇਹ 8 ਲੱਖ ਰੁਪਈਆ ਖਰਚਾ ਆ ਸੀ ਕਿੱਲੇ ਤੇ? 8 ਲੱਖ ਰੁਪਈਆ ਕਿੱਲੇ ਦਾ ਖਰਚਾ ਆ ਸੀ। ਐਵੇਂ ਕਿੱਲਾ ਜਿਵੇਂ ਥੋੜਾ ਬਚ ਗਿਆ, 8 ਲੱਖ ਥੋੜਾ ਆਗਾ ਜਾ 2 ਸਾਲ ਬਾਅਦ ਫਿਰ ਕੰਮ ਆ ਸੀ। ਅਸੀਂ ਬਾਈ ਗਫੂਰ ਅਹਿਮਦ ਨਾਲ ਗੱਲ ਕੀਤੀ ਹੈ ਤੇ ਉਹਨੇ ਇਹਦਾ ਨਾਮ ਵੀ ਦੱਸਿਆ ਤੇ ਉਹਨੇ ਦੱਸਿਆ ਬਈ ਜੀ ਇਹ 60 ਦਿਆਂ ਵਿੱਚ 100 ਬੋਰੀ ਨਿਕਲ ਜਾਂਦੀ ਹੈ। ਤੇ ਜਿਵੇਂ ਮਤਲਬ ਹੁਣ ਮਹਿੰਗਾਈ ਦਾ ਦੌਰ ਹੈ, ਕਿਸਾਨਾਂ ਨੂੰ ਠੇਕੇ ਵੀ ਬੜੇ ਮਹਿੰਗੇ ਹਨ ਤੇ ਖਾਦਾਂ ਸਪਰੇ ਵੀ ਮਹਿੰਗੇ ਹਨ, ਉਹਨਾਂ ਤੋਂ ਬਚਣ ਵਾਸਤੇ ਸ਼ਾਰਟ ਦੇ ਵਿੱਚ ਵੇਖ ਲਓ ਤੁਸੀਂ 60 ਦਿਨਾਂ ਵਿੱਚ 100 ਬੋਰੀ ਤੁਸੀਂ ਤਿਆਰ ਕਰੋ। ਅਗਰ ਹੁਣ ਤੁਸੀਂ ਮਾਰਕੀਟ ਮਤਲਬ ਆਲੂ ਲੈ ਜਾਂਦੇ ਨੇ ਤੇ 8-9 ਹਜ਼ਾਰ ਰੁਪਈਆ ਰੇਟ ਚੱਲਦਾ ਪਿਆ ਹੈ। 100 ਬੋਰੀ ਨਿਕਲੇ ਤਾਂ ਤੁਸੀਂ ਹਿਸਾਬ ਕਰੋ ਖਾ ਕੀ ਰੇਟ ਜਾ ਪਿਆ ਤੇ ਕਿੰਨੇ ਦਾ ਕਿੱਲਾ ਜਾ ਨਿਕਲਾ। ਤੇ ਬੀ ਵੈਸੇ ਜਿਵੇਂ ਉਹ ਭਾਈ ਉਰੇ ਦੱਸਦੇ ਪਏ ਨੇ ਵੀ ਬੀ ਤਾਂ ਬੜਾ ਚੰਗਾ ਹੈ ਤੇ ਆਪਾਂ ਨੂੰ ਵੀ ਇੱਕ ਵਾਰੀ ਚੈੱਕ ਕਰਨਾ ਚਾਹੀਦਾ ਹੈ। ਅਲਮਾਂਡੋ ਇਹਦਾ ਨਾਂ ਹੈ ਤੇ ਉਹ ਦੱਸਦੇ ਪਏ ਨੇ ਵੀ ਜਿਵੇਂ ਇਹ ਉੱਤੇ ਉਹਨਾਂ ਬੰਦੇ ਪਾਏ ਹੋਏ ਨੇ 4, ਉਹਨਾਂ ਦੇ ਐਵੇਂ ਅਸੀਂ ਕਿਰਦੇ ਪਏ ਤੇ 16 ਤੋੜੇ ਮਤਲਬ ਸਾਡੇ ਕਿਰਦੇ ਪਏ। ਜੇ ਅਗਰ ਕਲਪਾਲਾਂਟਰ ਤੋਂ ਬੰਦੇ ਉਠਾ ਦੇਈਏ ਤੇ ਫਿਰ ਇਹਦੀ ਐਵਰੇਜ ਇੱਥੇ 20 ਤੋੜੇ ਕਿਰਸਣ, ਤਾਂ ਹੀ ਮਤਲਬ ਵੀ 2-2 ਨਾ ਜਾਵਣ। ਉਹ ਖਿਆਲ ਕਰਦੇ ਪੈਣ ਵੀ ਇੱਕ ਦਾਣਾ ਇੱਕ ਕੌਲੀ ਤੇ ਜਾਵੇ। ਤੇ ਚੈੱਕ ਕਰ ਸੈਨਾ ਹੁਣ ਵੀ ਹੁਣ ਇਹ ਲੱਗਦਾ ਪਿਆ ਨਾ ਕਰੇਟ, ਇਹ ਕਰੇਟਾਂ ਦਾ ਵੀ ਵਿਕਾਸ ਹੈ। ਅਗਲੀ ਵਾਰੀ ਜਿਸ ਲਈ ਇਹਦੀ ਐਵਰੇਜ ਆਈ ਉਹ ਵੀ ਤੁਹਾਨੂੰ ਵਿਕਾਸ ਹੈ ਇਨਸ਼ਾਅੱਲਾ।